ਹੈਗਾ ਮੁੰਡੇ ਦਾ ਹੈ ਬੜਾ ਮਸ਼ਹੂਰ। ਲੋਕ ਦੂਰੋਂ ਦੂਰੋਂ ਇਹਦੇ ਟੈਟੂ ਬਣਵਾਉਣ ਵਾਸਤੇ ਆਉਂਦੇ ਨੇ। ਇਮਰਾਨ ਖਾਨ ਹੈ ਇਹਦਾ ਨਾਮ। अब तो बहुत ज़्यादा क्रेज़ हो गया टैटूज का इंडिया में। वैसे तो बाहर तो बहुत ज़्यादा क्रेज़ था, अब इंडिया में ज़्यादा क्रेज़ हो गया है। स्किन पे ये होता है कि एक बार टच हो गया, गलत हो गया तो उसको आप रब नहीं कर सकते हो अपना। तो मतलब इसकी डेट होती है, उसके बाद ये ख़राब हो जाती है। तो ये हर कस्टमर के लिए, हर क्लाइंट के लिए न्यू लगती है। तो उसको पहले हम शो करते हैं कि ये देखो एक्सपायरी डेट। किसी के मॉम डैड से प्यार होता है, वो पोर्ट्रेट भी आजकल पोर्ट्रेट चलने लग गया। काफी ज्यादा लोग पोर्ट्रेट्स बनवाते हैं मॉम डैड की सीधे ना। ਇਮਰਾਨ ਕਹਿ ਸਕਦੇ ਹਾਂ ਜਦੋਂ ਲਾਸਟ ਤੁਹਾਡਾ ਇਹ ਹੁੰਦਾ ਹੈ ਕਿ ਆਖਰਕਾਰ ਜਦੋਂ ਤੁਸੀਂ ਸਾਫ਼ ਕਰਕੇ ਬਿਲਕੁਲ ਫਸਟ ਟਾਈਮ ਅਗਲਾ ਦੇਖਦਾ ਮੇਰੇ ਕੀ ਬਣਿਆ, ਬੜਾ ਖਾਸ ਮੂਵਮੈਂਟ ਹੁੰਦਾ ਉਹਨਾਂ ਬਣਾਉਣ ਵਾਲਾ। हाँ जी। हाँ, अब इसका ये ध्यान रखना पड़ता है कि ये टैटू दबना नहीं चाहिए और स्किन उतरेगी इसकी थोड़े दिनों बाद ना। स्किन अब जो ऊपर से डेड स्किन होती है वो उतरती है, उसको खुद नहीं छीलना है, वो अपने आप उतरेगी। ਤੇ ਤੁਸੀਂ ਦੇਖੋ ਮੁੰਡੇ ਨੇ ਆਪਦੇ ਫਾਦਰ ਮਦਰ ਦਾ ਜਿਹੜਾ ਪੋਰਟਰੇਟ ਬਣਵਾਇਆ ਹੈ। हाँ जी, पोर्ट्रेट बनाने में कम से कम भी 5-6 घंटे तो लग ही जाते हैं मिनिमम। शौक था मुझे टैटू बनवाने का, लेकिन आज तक मैंने कभी कोई टैटू नहीं बनवाया था। पहला टैटू मैंने अपनी मम्मी के जी का बनवाया, फिर मैंने पापा जी का बनवाया। ਸਤਿ ਸ਼੍ਰੀ ਅਕਾਲ ਜੀ, ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਦੁੱਖਾਂ ਤੋਂ, ਸਮਾਜਿਕ ਪਾਬੰਦੀਆਂ ਤੋਂ ਦੂਰ ਹੋ ਕੇ ਅੱਜ ਗੱਲ ਕਰਾਂਗੇ ਖਬਰ ਨਹੀਂ ਬਲਕਿ ਲੋਕਾਂ ਦੇ ਸ਼ੌਂਕ ਦੀ। ਲੋਕਾਂ ਦੇ ਸ਼ੌਂਕ ਜੇ ਕਹੋ ਹਰ ਦਿਨ ਵੱਧਦੇ ਜਾ ਰਹੇ ਨੇ। ਕੋਈ ਕਿਸੇ ਚੀਜ਼ ਨੂੰ ਦੇਖਦਾ, ਕੋਈ ਕਿਸੇ ਚੀਜ਼ ਨੂੰ ਦੇਖਦਾ। ਕੋਈ ਹੁਣ ਨਵਾਂ ਚੱਲਣ ਚੱਲਿਆ ਟੈਟੂ ਦਾ। ਟੈਟੂ ਆਖਰ ਕਰਕੇ ਬਣਦੇ ਕਿਵੇਂ ਨੇ, ਕੀ ਚੀਜ਼ਾਂ ਉਹ 'ਚ ਸਾਵਧਾਨੀਆਂ ਰੱਖਣੀਆਂ ਹੁੰਦੀਆਂ ਨੇ, ਕਿਉਂਕਿ ਜ਼ਰੂਰੀ ਹੋ ਗਿਆ ਅੱਜ, ਕਿਉਂਕਿ ਜਿਵੇਂ ਇਨਫੈਕਸ਼ਨਾਂ ਫੈਲਦੀਆਂ ਨੇ ਜੇ ਲੋਕਾਂ ਦੇ ਮਨ 'ਚ ਡਰ ਵੀ ਹੁੰਦਾ ਸੀ। ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲ ਕਰਾਂਗੇ। ਅਸੀਂ ਚੰਡੀਗੜ੍ਹ ਪਹੁੰਚੇ ਹੈਗੇ ਤੇ ਚੰਡੀਗੜ੍ਹ ਤੇ ਤੁਹਾਨੂੰ ਦਿਖਾ ਦੇਣਾ ਮੈਂ ਕਿ ਇੱਕ ਟੈਟੂ ਆਰਟਿਸਟ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਆਖਰ ਕਿਵੇਂ ਉਹਨਾਂ ਦੀ ਸ਼ੁਰੂਆਤ ਹੋਈ। ਕਿਉਂਕਿ ਆਮ ਤੌਰ ਤੇ ਦੇਖਦੇ ਹਾਂ ਕਿ ਕੋਈ ਇਹ ਵੀ ਮਾਂ ਬਾਪ ਚਾਹੁੰਦੇ ਨੇ ਕਿ ਆਖਰ ਸਾਡਾ ਜਵਾਕ ਜਿਹੜਾ ਟੈਟੂ ਆਰਟਿਸਟ ਬਣੇ। ਤਾਂ ਇਹ ਛੋਟਾ ਜਿਹਾ ਸਟੂਡੀਓ ਹੈਗਾ ਮੁੰਡੇ ਦਾ, ਹੈ ਬੜਾ ਮਸ਼ਹੂਰ। ਲੋਕ ਦੂਰੋਂ ਦੂਰੋਂ ਇਹਦੇ ਟੈਟੂ ਬਣਵਾਉਣ ਵਾਸਤੇ ਆਉਂਦੇ ਨੇ। ਇਮਰਾਨ ਖਾਨ ਹੈ ਇਹਦਾ ਨਾਮ। ਖੈਰ ਕ੍ਰਿਕਟ ਵਾਲਾ ਨਹੀਂ, ਜੇ ਕਹੀਏ ਕਿ ਆਮ ਟੈਟੂ ਆਰਟਿਸਟ ਹੈਗਾ ਮੁੰਡਾ। ਸਤਿ ਸ਼੍ਰੀ ਅਕਾਲ ਭਾਜੀ। ਕਹੀਏ ਕਿ ਟੈਟੂ ਦਾ ਜਿਹੜਾ ਪੂਰਾ ਸਿਸਟਮ ਚੱਲਦਾ ਅੱਜ, ਉਹ ਤੁਹਾਡੇ ਤੋਂ ਅਸੀਂ ਜਾਣਨਾ ਵੀ ਆਖਰ ਕਿਵੇਂ ਬਣਾਉਣੇ ਹੋ, ਕੀ ਕੀ ਚੀਜ਼ਾਂ ਨੇ ਜਿਹੜੀਆਂ 'ਚ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ। ਕਿਉਂਕਿ ਬਹੁਤ ਸਾਰੇ ਟੈਟੂ ਆਰਟਿਸਟ ਹੋ ਗਏ ਤੇ ਨਾਲੋਂ ਨਾਲ ਲੋਕਾਂ ਦੇ ਮਨ 'ਚ ਡਰ ਵੀ ਕਈ ਚੀਜ਼ਾਂ ਨੂੰ ਹੋ ਗਿਆ। ਸ਼ੌਕ ਤਾਂ ਖੈਰ ਵਧਿਆ ਹੋਊਗਾ ਪਹਿਲਾਂ ਨਾਲੋਂ। हाँ, अब तो बहुत ज़्यादा क्रेज़ हो गया टैटूज का इंडिया में। वैसे तो बाहर तो बहुत ज़्यादा क्रेज़ था, अब इंडिया में ज़्यादा क्रेज़ हो गया है। अब जैसे ये होता है कि अभी टैटू का अपना काफ़ी ज़्यादा टैटू आर्टिस्ट हो गए, उनके प्राइजेस भी अलग अलग हो गए हैं। लोग जैसे सोचते हैं कि ज़्यादा प्राइस ले रहा है, कोई कम प्राइस ले रहा है। तो टैटू ऐसा है कि प्राइस पे डिपेंड नहीं करता। टैटू डिपेंड करता है क्वालिटी पे, आप कैसी क्वालिटी दे रहे हो। आप मतलब आपके पास सारा प्रोडक्ट सैनिटाइज है, जो भी है। मतलब ਇਹ ਚੀਜ਼ਾਂ ਵੀ ਇੱਕ ਬੜਾ ਹੋ ਗਿਆ ਕਿ ਆਖਰ ਕਰਕੇ ਜਿਹੜੀ ਪਿਕਚਰ ਲੋਕ ਚਾਹੁੰਦੇ ਨੇਗੇ, ਕਈ ਤਾਂ ਆਪਦੇ ਮਾਂ-ਬਾਪ ਦੀ ਫੈਮਿਲੀ ਪਿਕਚਰਸ ਜਾਂ ਫਿਰ ਕਈਆਂ ਦੇ ਕੋਈ ਆਈਡਲ ਹੁੰਦੇ ਨੇਗੇ, ਉਹਨਾਂ ਦੀ ਪਿਕਚਰਸ ਬਣਾਉਂਦੇ ਨੇ ਕਿ ਆਖਰਕਾਰ ਉਹਨਾਂ 'ਚ ਕਿੰਨੀ ਕੁ ਸਫਾਈ ਹੁੰਦੀ ਹੈ। ਕਿਉਂਕਿ ਇੱਕ ਤਰ੍ਹਾਂ ਦਾ ਜੇ ਕਹੀਏ ਇੱਕ ਡਰਾਇੰਗ ਹੈ ਸੋਹਣੇ ਢੰਗ ਦੀ, ਜਿਹੜੀ ਤੁਸੀਂ ਕਿਸੇ ਦੇ ਦੂਸਰੇ ਦੇ ਸਰੀਰ ਤੇ ਕਰਨੀ ਆ। ਉਹ ਆਮ ਡਰਾਇੰਗ ਤੇ ਦੂਸਰੀ ਡਰਾਇੰਗ ਨੂੰ ਫਰਕ ਹੈ। हाँ जी, जैसे ये होता है कि ड्राइंग में करने का अलग फ़र्क होता है, स्किन पे अलग फ़र्क होता है। स्किन पे हमें देखना पड़ता है कि कितनी स्पीड से वर्क करना है, कितनी स्पीड से नहीं करना है वर्क अपना। पेंसिल नहीं चलती, सुई चलती है। हाँ जी, हाँ जी। स्किन पे ये होता है कि एक बार टच हो गया, गलत हो गया तो उसको आप रब नहीं कर सकते हो अपना ड्राइंग। कोई ਇਹਦੇ 'ਚ ਕਹੀਏ। और उसके बाद अपना ये होता है कि पहले ये होता था, शौक होता था टैटूज का, किसी को कुछ नहीं पता होता था भी टैटू बनवाना क्या है क्या नहीं बनाना। लोग देखते थे कि हमें उस हीरो का टैटू बनवाना है, उस सिंगर का टैटू जैसे बनाना है। ਨਾਮ ਨੂੰ ਜੇ ਲਿਖਵਾ ਲੈਂਦੇ ਹੁੰਦੇ ਸੀ ਕੋਈ, ਜੇ ਕਹੀਏ ਕਿ ਜਾਂ ਦੇਵੀ ਦੇਵਤਿਆਂ ਦੇ ਨਾਮ ਲਿਖਵਾ ਲੈਂਦੇ। हाँ जी, हाँ जी, हाँ जी। तो अब ये होता है कि हम जैसे हम प्रोफेशन के अकॉर्डिंग टैटूज बनाते हैं। जैसे हमें किसी ने बता दिया कि ये हमारा प्रोफेशन है, हम उसके अकॉर्डिंग टैटू निकालेंगे। ਟੈਟੂ ਦੀ ਸ਼ੁਰੂਆਤ ਹੋਣ ਲੱਗੀ ਹੈਗੀ, ਕਿਉਂਕਿ ਤੁਹਾਨੂੰ ਅਸੀਂ ਲਾਈਵ ਦਿਖਾ ਵੀ ਦਈਏ ਕਿ ਆਖਰ ਕਿਵੇਂ ਬਣਦਾ ਹੈ ਟੈਟੂ। ਤੇ ਇਸ ਦੇ ਵਿੱਚ ਮੇਜਰਲੀ ਤੌਰ ਤੇ ਕੀ ਕੀ ਪ੍ਰੀਕਾਸ਼ਨਸ ਰੱਖਣੀਆਂ ਜ਼ਰੂਰੀ ਨੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਮਰਾਨ ਨੂੰ ਕਿ ਤਿਆਰੀ ਸ਼ੁਰੂ ਕਰਤੀ ਹੈ।
ਨੀਡਲ ਹੈ ਜਿਹੜੀ ਇਹ ਤੁਸੀਂ ਦੇਖੋ ਕਿ ਉਹਦੇ 'ਚ ਬੇਸ਼ੱਕ ਛੋਟੀ ਜਿਹੀ ਤੁਹਾਨੂੰ ਲੱਗਦੀ ਹੋਵੇ, ਖੈਰ ਮੈਂ ਵੀ ਅੱਜ ਫਸਟ ਟਾਈਮ ਹੀ ਦੇਖ ਰਿਹਾ ਗਾ ਇਹ ਕਿ ਇੰਨੀ ਵੱਡੀ ਨੀਡਲ ਹੁੰਦੀ ਹੈ ਤੇ ਹਰ ਇੱਕ ਜਦੋਂ ਵੀ ਕੋਈ ਆਪਣੇ ਕਸਟਮਰ ਦੇ ਕਿਸੇ ਨੈਕਸਟ ਦੇ ਚੇਂਜ ਕਰਦੇ ਨੇ ਇਹ ਫਿਰ ਬਾਰੀ-ਬਾਰੀ ਬਦਲਦੇ ਰਹਿੰਦੇ ਭਾਈ। हाँ जी, ये बदलते हैं और एक जो भी क्लाइंट होता है उसकी एक्सपायरी डेट होती है, स्टेलाइज्ड होती है, तो मतलब इसकी डेट होती है उसके बाद ये ख़राब हो जाती है, तो ये हर कस्टमर के लिए हर क्लाइंट के लिए न्यू लगती है, तो उसको पहले हम शो करते हैं कि ये देखो एक्सपायरी डेट। ਵੈਸੇ ਤੁਹਾਨੂੰ ਵੀ ਦੇਖ ਲੈਣਾ ਚਾਹੀਦਾ ਕਿ ਆਖਰਕਾਰ ਜੇ ਕੋਈ ਟੈਟੂ ਬਣਵਾਉਣਾ ਚਾਹੁੰਦਾ ਤਾਂ ਇਹ ਚੀਜ਼ਾਂ ਜ਼ਰੂਰੀ ਨੇ। ਕਈ ਵਾਰ ਕੋਈ ਦਿਖਾਉਂਦਾ ਨਹੀਂ ਵੀ ਹੋਊਗਾ ਤਾਂ ਤੁਸੀਂ ਖੁਦ ਦੇਖ ਲਓ, ਕਿਉਂਕਿ ਖੁਦ ਦੇ ਵਾਸਤੇ ਵੀ ਸਿਹਤ ਦੇ ਵਾਸਤੇ ਉਨਾ ਹੀ ਧਿਆਨ ਰੱਖਣਾ ਜ਼ਰੂਰੀ ਹੈ। ਭਾਜੀ ਦੇਖਿਆ ਜਾਵੇ ਕਿਉਂਕਿ ਜਦੋਂ ਨੀਡਲ ਲੱਗਦੀ ਹੈ ਤਾਂ ਕਹੀਏ ਕਿ ਬੜਾ ਵੱਡਾ ਉਹ ਹੈਗੀ, ਹਰ ਕਿਸੇ ਨੂੰ ਲੱਗਦਾ ਹੈ ਕੋਈ ਦੂਸਰੀ ਨਾ ਯੂਜ਼ ਕਰ ਜੇ। ਪਹਿਲਾਂ ਲੋਕਾਂ ਦੇ ਮਨਾਂ ਤੇ ਇਹ ਹੁੰਦਾ ਹੋਣਾ ਦੁਚਿੱਤੀ ਹੈ ਨਾ, ਕਹਿੰਦੇ ਵੀ ਹੁਣੇ ਕਈ ਆ ਕੇ ਕਿ ਨੀਡਲ ਯੂਜ਼ ਕਰੋਗੇ। नीडल सब पूछते हैं कि नीडल यूज, कई बंदे होते हैं जैसे पुराने टाइम पे होता था एक ही नीडल से बार बार काम करते रहते थे, वो पुराने टाइम पे ਮੇਲੇ ਵਾਲੇ ਦੇਖੇ ਨੇ ਕਿ ਬੜੇ ਉਹ ਹਰੇਕ ਦੇ ਉਹੀ ਲਾਈ ਜਾਂਦੇ ਹੁੰਦੇ। जो आजकल मनसा देवी के बाहर हो गया, मेले के बाहर हो गए, वो एक ही नीडल से करते रहते हैं, बट यहाँ पे ऐसा कुछ नहीं है। यहाँ प्रोफेशनली सब चीजें हम रैप करते हैं, सब कुछ कि कुछ डस्ट ना लगे, ये सब ਮੈਂ कुछ ਪੁੱਛ ਰਿਹਾ ਸੀ ਵੀ ਰੈਪ ਤੁਸੀਂ ਹਰ ਇੱਕ ਚੀਜ਼ ਕਰ ਰਹੇ ਸੀ, ਛੋਟੀ ਤੋਂ ਛੋਟੀ ਚੀਜ਼ ਇਹ ਕੀ ਗੱਲ ਪਹਿਲਾਂ ਉਤਾਰਿਆ ਵੀ ਤੁਸੀਂ ਰੈਪ ਸਾਰੀ ਚੀਜ਼ਾਂ ਕਿਉਂ ਕਰਦੇ ਹੋ? ये हर क्लाइंट के साथ न्यू रैपिंग करते हैं क्योंकि हमेशा टच करना पड़ता है बार बार, तो जो भी डस्ट होगा, ब्लड वगैरह जो भी लगेगा, जो भी कलर वगैरह टचिंग होगी बार बार, तो इसी पे होगा। हाँ, तो बाद में टैटू बनने के बाद हम फिर ये सब कुछ उतार के सब कुछ ये सारी नीडल वगैरह फेंक के सब डिस्पोज कर देते हैं उसके बाद। ਬਿਲਕੁਲ ਤੁਸੀਂ ਦੇਖੋ ਕਿ ਇੱਕ ਟੈਟੂ ਦੇ ਪਿੱਛੇ ਦੀ ਇਹ ਪੂਰੀ ਅੱਜ ਤੁਹਾਨੂੰ ਸਟੋਰੀ ਸੁਣਾ ਰਹੇ ਹਾਂਗੇ ਅਸੀਂ ਕਿ ਆਖਰਕਾਰ ਕਿਵੇਂ ਸ਼ੁਰੂਆਤ ਹੁੰਦੀ ਹੈ। ਦੇਖੇ ਤਾਂ ਖੈਰ ਤੁਹਾਨੂੰ ਹੋਰ ਵੀ ਹੋਣੇ ਬਹੁਤ ਸਾਰੇ ਵੀਡੀਓਜ਼ ਵਗੈਰਾ, ਪਰ ਆਪਾਂ ਤੁਹਾਨੂੰ ਬਿਲਕੁਲ ਉਸ ਦੇਸੀ ਢੰਗ ਦੇ ਨਾਲ ਦਿਖਾਣਾ ਕਿ ਆਖਰ ਕਿਵੇਂ ਕਿਵੇਂ ਚੀਜ਼ਾਂ ਤਿਆਰ ਹੁੰਦੀਆਂ ਕਿ ਸੌਖੇ ਤਰੀਕੇ ਨਾਲ ਲੋਕਾਂ ਨੂੰ ਸਮਝ ਵੀ ਲੱਗ ਜੇ। ਟੈਟੂ ਤੁਸੀਂ ਬਣਵਾਉਣਾ ਉਦੋਂ ਪਹਿਲਾਂ ਦੇ ਜਿੰਨੇ ਸਵਾਲ ਨੇ ਉਹ ਸਾਰੇ ਇੱਕ ਤਰ੍ਹਾਂ ਦੇ ਨਾਲ ਇਮਰਾਨ ਦੇ ਨਾਲ ਜਾਣਾਂਗੇ ਤੇ ਨਾਲੋਂ ਨਾਲ ਇਮਰਾਨ ਕਿਵੇਂ ਪ੍ਰੋਫੈਸ਼ਨ ਚ ਆਇਆ ਇਹ ਵੀ ਜਾਣਾਂਗੇ। ਇਮਰਾਨ ਤੁਸੀਂ ਤਾਂ ਆਪਣੇ ਵੀ ਬਹੁਤ ਟੈਟੂ ਬਣਾ ਰੱਖੇ ਨੇ। हाँ जी, हाँ जी, ये सारे टैटूज मैंने खुद ही बना रखे हैं, ये सारे मेरे लाइफ से रिलेटेड टैटूज हैं। यानी कि टैटू का मायने है हर एक का, वही नहीं छापा है कोई। टैटू का वैसे मीनिंग होना चाहिए कि आपसे लाइफ से, टैटू का मतलब यही है कि कुछ आपके साथ इंसिडेंट क्रिएट हुआ हो, कुछ हुआ हो आपके साथ, वो मतलब होता है कि टैटू को बनवाना। ये नहीं कि आप कुछ भी बनवा रहे हो किसी के लिए भी, या तो टैटू किसी के लिए बनाना चाहिए या कुछ हमारे साथ हुआ होना चाहिए कि याद के लिए, कि आप लाइफ टाइम तक उसको याद कर सको, वो आपके साथ रहे लाइफ टाइम तक। ये नहीं कि हमने किसी हीरो का टैटू देख लिया हमें वो बनाना है या कुछ, ऐसा कुछ नहीं होता। थोड़ी जिंदगी ਨਾਲ ਜੁੜਾ ਕਿੱਸਾ ਜਿਹੜਾ ਕਿ ਤੁਸੀਂ ਤਾ ਉਮਰ ਯਾਦ ਰਹਿੰਦਾ। हाँ जी, हाँ जी, ਬਿਲਕੁਲ। ਇਹ ਕੀ ਇਹ ਹੁਣ ਮਸ਼ੀਨ ਦੀ ਤੁਹਾਡੇ ਦੀ ਤਿਆਰ ਕਰ ਰਹੇ ਹੋ? हाँ जी, हाँ जी, ये सैंपल कर रहे हैं, ये इसको सब चीज़ को रैप करके, ये अभी नीडल लगेगी इसमें, फिर मशीन के साथ अटैच होगी, और फिर उसके बाद ये स्टेंसिल बनाई है, ये हमारा टैटू है मॉम डैड का, ये स्टेंसिल फिर इनके लगाएंगे। ਤੁਸੀਂ ਦੇਖਿਆ ਹੋਣਾ ਮੁੰਡੇ ਕੁੜੀਆਂ ਦੇ ਬਾਹਾਂ ਦੇ ਉੱਤੇ ਕਿ ਮਮ ਡੈਡ ਦਾ ਜਿਹੜਾ ਟੈਟੂ ਹਰ ਕੋਈ ਖੈਰ ਜੋ ਆਪਦੇ ਮਾਪੇ ਨੂੰ ਪਿਆਰ ਕਰਦਾ ਤਾਂ ਉਹ ਚਾਹੁੰਦਾ ਕਿ ਜੇਕਰ ਕੋਈ ਹੋਰ ਨਹੀਂ ਟੈਟੂ ਤਾਂ ਆਖਰ ਕਰ ਉਹ ਮਮ ਡੈਡ ਦਾ ਆਪਦਾ ਟੈਟੂ ਜ਼ਰੂਰ ਬਣਾਉਂਦਾ। ਜਿਵੇਂ ਕੋਈ ਸਕੂਟੀਆਂ ਦੇ ਤੁਸੀਂ ਬਾਈਕਾਂ ਦੇ ਪਿੱਛੇ ਜਾਂ ਕਾਰਾਂ ਦੇ ਪਿੱਛੇ ਦੇਖਦੇ ਹੋਵੋਗੇ ਕਿ ਡੈਡ ਗਿਫਟਸ ਮਮ ਗਿਫਟਸ ਲਿਖਿਆ ਹੁੰਦਾ, ਤਾਂ ਉਹਦਾ ਵੀ ਮਤਲਬ ਇੱਕ ਕਿਤੇ ਨਾ ਕਿਤੇ ਇਹ ਹੁੰਦਾ ਇੱਕ ਆਨਰ ਤੁਸੀਂ ਦਿੰਦੇ ਹੋਗੇ। ਇਮਰਾਨ ਇਹ ਮਸ਼ੀਨ ਹੈ ਜਿਹੜੀ ਜੇ ਕਹੀਏ ਕਿ ਖਾਸ ਤੌਰ ਤੇ ਤੁਸੀਂ ਫਿਰ ਉਹ ਕਰਦੇ ਹੋ ਕਿ ਇਹਨਾਂ 'ਚ ਵੀ ਕੋਈ ਫਰਕ ਹੁੰਦਾ ਜਾਂ ਇਹ ਤਾਂ ਸਾਰੀ ਸੇਮ ਹੀ ਹੈ? नहीं, सब अलग अलग मशीन्स होते हैं। कॉयल मशीन भी होती है, कॉयल मशीन है, रोटरी मशीन्स भी होती हैं, तो इसमें शेडिंग मशीन हैगी, शेडिंग मशीन है, लाइनिंग मशीन है, शेडिंग मशीन्स होती हैं, तब अलग अलग काम होता है। हाँ, सब अलग अलग मशीन्स होती हैं। और नीडल्स भी उस टैटूज के अकॉर्डिंग नीडल्स सब अलग अलग होती है। छोटी नीडल्स होती है, अगर बड़ा वर्क है उसके लिए बड़ी नीडल्स होंगी, शेडिंग की अलग नीडल्स होंगी। ਇਹ ਵੀ ਇੱਕ ਪੂਰਾ ਕੋਰਸ ਹੀ ਹੈ ਜੇ ਕਹੀਏ ਹੈ ਨਾ, ਟੈਕਨੀਕ ਹੈ ਪੂਰੀ ਇੱਕ ਜਿਹੜੀ ਤੁਸੀਂ ਉਹ ਕਰਦੇ ਹੋ ਨਾ, ਸੌਖਾ ਨਹੀਂ ਹੈਗਾ। ਤੇ ਬਿਲਕੁਲ ਤੁਸੀਂ ਦੇਖੋ ਤਿਆਰੀ ਕਰ ਰਹੇ ਨੇ ਇਹ, ਤੇ ਉਦੋਂ ਬਾਅਦ ਤੁਹਾਨੂੰ ਬਣਦੇ ਵੀ ਦਿਖਾਵਾਂਗੇ। ਤੇ ਇਮਰਾਨ ਇਹ ਦੇਖੋ ਤੁਸੀਂ ਸ਼ੁਰੂਆਤ ਹੋ ਗਈ ਹੈ ਕਿ ਆਖਰ ਕਿੱਥੇ ਜਿੱਥੇ ਟੈਟੂ ਬਣਾਉਣਾ ਹੈ ਕੀ ਕੁਝ ਸਟੈਪ ਬਾय ਸਟੈਪ ਤੁਹਾਨੂੰ ਅਸੀਂ ਦਿਖਾਵਾਂਗੇ। ਤੇ इमरान मैकेनिकल करते करते टैटू करनी आ गए तुम? हाँ जी, हाँ जी, वैसे मैंने मैकेनिकल की थी, तो स्टार्टिंग में मेरा शुरू से ही शौक था कि ड्राइंग का शौक था, मैं सेकंड आता था शुरू से ही, 10th तक मतलब सेकंड ड्राइंग में सेकंड। ड्राइंग वैसे बोरिंग सा सब्जेक्ट होता है बच्चों का। बस ये था कि घर वालों को कि जैसे होता है कि आस पड़ोस में किसी की, अब साथ वालों की मैकेनिकल में ज्यादा सैलरी थी कुछ थी, तो उन्होंने घर वालों ने बोला मैकेनिकल इंजीनियर बन चुका है। घर वालों ने भी मैकेनिकल करवा दी, तो बस मैकेनिकल की। फिर उसके साथ साथ मैकेनिकल में भी ड्राइंग का ही शौक था, सारा ड्राइंग का वर्क मैं ही करता था सब कुछ। तो फिर ऐसे करते करते अपना जॉब की, जॉब के साथ फिर खुद का काम करना था, खुद का ही करना था। जॉब भी की थी, मैकेनिकल का काम तोड़या भी तुसी अगे? हाँ हाँ, मेरा स्वराज महिंद्रा में जॉब भी की है मैंने 2 साल। मेरे बड़ी बढ़िया जगह थी। हाँ जी, सिलेक्शन हो गई थी मेरी, कॉलेज से ही सिलेक्शन हुई थी। तो फिर उसके बाद मेरे को सही नहीं लगा, ये था कि खुद का काम करना था कि कुछ, फिर ये था ड्राइंग करनी है और खुद का ही करना है कुछ प्रोफेशन बिजनेस। तो पूरी हो गया ਤੁਹਾਡੇ ਫਿਰ ਇਹਦੇ ਕਹੀਏ ਕਿ ਟੈਟੂ ਦੇ ਉਸ ਦੇ ਨਾਲ अपना बिजनेस भी हो गया, अपना शौक भी हो गया। अब ये है कि वहाँ पे मैं वर्क करता था तो मेरे को 8 घंटे भी ऐसे लगते थे कि यार अब यहाँ पे मैं 12-12 घंटे 20 घंटे भी काम करूँ, मेरे को कोई इश्यू नहीं होता। पूरा हो रहा है, आपकी दिल इच्छा पूरी हो गई। हाँ, मैं काम कर रहा हूँ खुद, तो ये अच्छा लगता है करते हुए ना मेरे को।
ਤੇ ਫਿਰ ਮਾਪੇ ਨੇ ਕਿਹਾ ਨਹੀਂ ਵੀ ਜਦ ਕਿਹੜਾ ਛੱਡਿਆ ਹੋਣਾ ਕੰਮ ਤਾਂ ਬੜਾ ਦਿੱਕਤ ਹੋਈ ਹੋਣੀ ਹੈ। हाँ, जब जॉब मेरी छुट्टी थी तो बहुत घर वालों ने बोला, और उस टाइम मेरा ये टैटू का स्टार्टिंग थी, बिगिनिंग थी ना, तो इतना काम चला भी नहीं, तो टोकते थे सारे कि ये क्या काम कर रहा है, ये तूने वो मैकेनिकल करके छोड़ दिया, पैसा बर्बाद कर दिया, ये कर दिया, वो कर दिया। फिर धीरे धीरे जब काम चलने लगा तो फिर कोई बोलता ही नहीं। अब जब खुश ने मापे ਹੁਣ ਖੁਸ਼ ਨੇ ਕਿ खुश है, सब कुछ कर लिया मतलब। ਸ਼ੁਰੂਆਤ ਹਰ ਕਿਸੇ ਦੀ ਇਸੇ ਤਰ੍ਹਾਂ ਦੇ ਨਾਲ ਹੁੰਦੀ ਹੈ। ਤੁਸੀਂ ਦੇਖੋ ਕਿ ਪਹਿਲਾਂ ਇਹ ਡਿਜ਼ਾਈਨ ਬਣਦਾ ਪਹਿਲਾਂ। हाँ जी, ये स्टेंसिल बनती है, अब ये स्टेंसिल लगाएंगे। ਬਿਲਕੁਲ ਤੁਸੀਂ ਦੇਖੋ ਕਿ ਹਰ ਇੱਕ ਕੋਈ ਚੀਜ਼ ਜਿਵੇਂ ਆਪਾਂ ਲੋਕਾਂ ਦੇ ਬਣੇ ਦੇਖ ਲੈਂਦੇ ਆ ਉਹ ਇੰਨੀ ਸੌਖੀ ਨਹੀਂ ਹੁੰਦੀ, ਜਾਂ ਕਹੀਏ ਕਿ ਬਹੁਤ ਸਾਰੀ ਮਿਹਨਤ ਪਿੱਛੇ ਲੱਗਦੀ ਹੈ ਤੇ ਇੱਕ ਚੰਗੀ ਟੈਕਨੀਕ। ਇਮਰਾਨ ਇਹਦੇ 'ਚ ਜੇ ਕੋਈ ਗਲਤੀ ਹੋ ਜਾਏ, ਕੋਈ ਹੈਗਾ ਦੁਬਾਰਾ ਰਿਕਵਰ ਕਰਨ ਦਾ ਸੌਦਾ ਕਿ नहीं? नहीं, वैसे तो अगर प्रोफेशनली, अब मैं प्रोफेशनल हो गया हूँ तो ऐसी कोई गलती नहीं है कि, बट ये होता है कि कभी क्लाइंट से हाथ हिल गया या कुछ भी हो गया हमारे साथ, तब गलती हो सकती है। बट वो घट है, बहुत घट है, क्योंकि प्रोफेशनली वर्क हो गया। अब तो इतना टाइम हो गया, 5 साल हो गया, तो इतना होता नहीं है, पहले स्टार्टिंग में होता था, बट अब नहीं। बट ये है कि अगर थोड़ा बहुत हिल गया तो वो हो जाता है कवर साथ के साथ ही ना। ਜਿਹੜੇ ਡਰਦੇ ਨੇ ਆਉਂਦੇ ਕਈ ਵਾਰੀ, ਕਈ ਨੂੰ ਲੱਗਦਾ ਡਰ ਲੱਗਦਾ ਹੈਗਾ, ਉਹਨਾਂ ਦਾ ਕੀ ਇਲਾਜ ਕਰਦੇ ਹੋ ਕਿ ਉਹ ਇੱਕੋ ਲਗਤ ਹੁੰਦੇ ਨਹੀਂ ਹੁੰਦੇ, ਜਿਵੇਂ ਕਦੀ ਸ਼ੌਕਿੰਗ ਨਹੀਂ ਹੋਇਆ, ਸ਼ੌਕ नहीं ਹੁੰਦਾ? डर होता है कि अब ये नीडल वगैरह देख के जैसे क्लाइंट डर जाता है, काफी ज्यादा डर जाता है ना कि ये नीडल लगेगी, अब इतनी ज्यादा लगेगी, बट इतना ज्यादा पेन नहीं होता। अभी आप देखोगे ना तो इनको खुद पता चल जाएगा। वो देखो ना, ਬਿਲਕੁਲ ਇਹ ਜਿਹੜਾ ਡਿਜ਼ਾਈਨ ਕਿਸੇ ਨੂੰ ਕੋਈ ਚਾਹੁੰਦਾ ਜਿਸ ਤਰ੍ਹਾਂ ਦਾ ਡਿਜ਼ਾਈਨ, ਪਹਿਲਾਂ ਇਹਨੂੰ ਫਿਰ ਕੰਪਿਊਟਰ 'ਚ ਪਹਿਲਾਂ ਤੁਸੀਂ ਬਣਾਉਂਦੇ ਹੋਗੇ, ਉਦੋਂ ਬਾਅਦ ਪ੍ਰਿੰਟ ਕੱਢ ਕੇ ਉਸ ਤੋਂ ਬਾਅਦ ਫਿਰ ਉਹ ਕਰਦੇ ਹੋਗੇ, ਜਾਂ ਚੈੱਕ ਕਰਾਉਂਦੇ ਹੋ ਪਹਿਲਾਂ ਕਸਟਮਰ ਨੂੰ ਵੀ ਕਿ ਦੇਖ ਲਓ ਇਸ ਤਰ੍ਹਾਂ ਦਾ ਬਣੇਗਾ? नहीं, या तो कस्टमर खुद अपना डिजाइन लेके आता है, या हम फिर उसको दिखाते हैं, डिजाइन वगैरह दिखा के फिर प्रॉपर निकाल के स्टेंसिल बना के, स्टेंसिल निकालते हैं प्रिंटर से निकाल के, स्टेंसिल बनाएंगे, फिर उसके बाद इनके लगाएंगे स्टेंसिल, ਉਦੋਂ ਪਤਾ ਲੱਗ ਜਾਂਦਾ ਹੋਣਾ ਵੀ ਕਿੱਥੇ। फिर उस पे ही वर्क होगा हमारा सारा ना। ਇੱਕ ਚੀਜ਼ ਹੋਰ ਦੇਖੀ ਇਮਰਾਨ, ਆਮ ਤੌਰ ਤੇ ਜਿਵੇਂ ਕਹੀਏ ਕਿ 2-3 ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਪਹਿਲਾਂ ਨਾਈ ਦੀ ਦੁਕਾਨ ਕਹਿੰਦੇ ਹੁੰਦੇ ਸੀ, ਕਹਿੰਦੇ ਜਦ ਲੋਕ ਟਾਈਮ ਪਾਸ ਕਰਦੇ ਨੇ ਉੱਥੇ ਬੈਠੇ ਗੱਲਾਂ ਬਾਤਾਂ ਮਾਰਦੇ ਨੇ ਤਾਂ ਉਹਦੇ ਦੁੱਖ ਸੁੱਖ ਵੀ ਸਾਂਝੇ ਕਰ ਲੈਂਦੇ ਨੇ। ਤੁਹਾਡੇ ਨਾਲ ਵੀ ਐ ਹੁੰਦਾ ਹੋਊਗਾ, ਕਿਉਂਕਿ ਜਦੋਂ ਜਿੰਨਾ ਚਿਰ ਤੁਸੀਂ ਟੈਟੂ ਵਗੈਰਾ ਬਣਾਉਂਦੇ ਹੋਵੋਗੇ, ਲੋਕਾਂ ਦਾ ਕਾਫੀ ਆਪਦਾ ਕੋਈ ਦੁੱਖ, ਕੋਈ ਸੁੱਖ ਜਾਂ ਕੋਈ ਖੁਸ਼ੀ ਗਮੀ ਤੁਹਾਡੇ ਨਾਲ ਸ਼ੇਅਰ ਕਰਦਾ होगा? हाँ जी, शेयर करते हैं सारे अपनी। जैसे अब इनके मॉम डैड का टैटू बना रहे तो इनको भी कुछ सरप्राइज करना होगा, मॉम डैड को सरप्राइज करना होगा। कुछ ऐसी कुछ कपल्स भी टैटू बनवाते हैं, वो अपने फीलिंग्स बताते हैं, हमारा कितने टाइम का रिलेशन हुआ है, इसलिए वो बनाते हैं टैटू। कुछ अपने पोर्ट्रेट बनाते हैं, जैसे किसी के मॉम डैड से प्यार होता है, वो पोर्ट्रेट भी आजकल पोर्ट्रेट चलने लग गए हैं, काफी ज्यादा लोग पोर्ट्रेट्स बनवाते हैं मॉम डैड के सीधे ना, याद रहे साडे नाल हमेशा रहन। हाँ, क्योंकि उनकी डेथ हो गई होती है, एक्सपायर हो गया होता है, तो उनकी याद के लिए पोर्ट्रेट बनवाते हैं कुछ, तो ऐसे। ਬਿਲਕੁਲ ਇਹ ਤੁਸੀਂ ਦੇਖੋ, ਇਹ ਚ ਕਹਿ ਸਕਦੇ ਆ ਵੀ ਦਿਲਾਂ ਜੁੜਿਆਂ ਦੇ ਨਾਲ ਤੇ ਦਿਲਾਂ ਟੁੱਟਿਆਂ ਦੇ ਨਾਲ ਵੀ ਟੈਟੂ ਬਣਦੇ ਨੇ। हाँ जी, हाँ जी। ਦੋਨੇ ਤਰ੍ਹਾਂ ਦੀਆਂ ਕਿ ਆਖਰਕਾਰ ਫੀਲਿੰਗਸ ਲੋਕ ਆਪਦੀ ਇੱਕ ਨਾ ਕਿਤੇ ਰੱਖਦੇ ਨੇ ਕਿ ਵੀ ਕਿਸ ਤਰ੍ਹਾਂ ਦੇ ਨਾਲ ਕੋਈ ਦਿਖਾਉਣਾ ਚਾਹੁੰਦਾ, ਕੋਈ ਸ਼ੇਅਰ ਕਰਨਾ ਚਾਹੁੰਦਾ ਹੈਗਾ। ਕਿਸੇ ਦਾ ਇੰਕ ਵਗੈरह यूज करते हो, ये भी ਜੇ ਕਹੀਏ ਸਪੈਸ਼ਲੀ ਤੌਰ ਤੇ ਇਹ ਵੀ ਕੁਆਲਿਟੀ ਵਾਈਜ਼ ਹੁੰਦੀ ਆ? हाँ, क्वालिटी वाइज होती है, इंटेंस की इंक है, इसकी भी डेट्स वगैरह होती है कि ये डेट लिखी हुई है जैसे ना, इसकी भी डेट होती है कि एक्सपायरी डेट होती है इसकी। तो ऐसे कलर के भी ब्रांड्स होते हैं, अलग अलग ब्रांड होते हैं, अलग कलर्स भी होते हैं, सारे कलर्स की वर्ल्ड में जितने भी कलर्स हैं सारे कलर्स होते हैं अपने पास। ਬਿਲਕੁਲ, ਕਿਉਂਕਿ ਹੁਣ ਜਿਹੜੇ ਟੈਟੂ ਨੇ, ਹੁਣ ਦੇ ਟੈਟੂਆਂ ਦੇ ਨਾਲ ਬਹੁਤ ਫਰਕ ਪੈ ਗਿਆ। ਪਹਿਲਾਂ ਹੁੰਦਾ ਸੀਗਾ ਵੀ ਇੱਕ ਨੀਲੇ ਜਿਹੇ ਰੰਗ ਦਾ ਹੁੰਦਾ ਸੀ, ਉਹੀ ਹਰ ਇੱਕ ਕਿਤੇ ਦੇਖਣ ਨੂੰ ਮਿਲਦਾ ਹੁੰਦਾ ਸੀ, ਕੁਝ ਵੀ ਬਣਵਾਉਂਦੇ ਸੀਗੇ ਲੋਕ। ਲੋਕਾਂ ਦੀ ਚੁਆਇਸ ਦੇ ਵਿੱਚ ਫਰਕ ਆਇਆ ਟਾਈਮ ਟੂ ਟਾਈਮ, ਜਿਵੇਂ ਕਿਹਾ ਕਿ ਕੋਈ ਮਦਰ ਫਾਦਰ ਦੇ ਬਣਾਉਂਦਾ ਹੈ, ਕੋਈ ਆਪਦੇ ਕਪਲਸ ਬਣਾਉਂਦੇ ਨੇ। हाँ जी, हाँ जी। पहले जैसे होता था कि अब चॉइस पे ये हो गया कि पहले तो कुछ किसी का भी देख के बना लेते थे कि हाँ भी ये अच्छा लग रहा है, उसके अच्छा लग रहा है, तो हम बना लेते हैं कि किसी का कुछ हीरो का बनाया, कुछ भी बनाया। अब ये होता है लोग अपनी फैमिली से रिलेटेड, अपने लव जिसको प्यार करते हैं, या किसी का कुछ चला गया होता है, कुछ भी हो गया तो लॉस्ट होता है, गेन होता है ना, उसके लिए टैटूज बनाते हैं, या अपनी याद के लिए कुछ इंसिडेंट उसके साथ क्रिएट हुआ होता है, कुछ मतलब कुछ भी हुआ होता है अपनी लाइफ से रिलेटेड, तब याद रखने वास्ते तो बनाते हैं। ਬਿਲਕੁਲ ਤੁਸੀਂ ਦੇਖੋ ਕਿ ਤਿਆਰੀ ਹੋ ਚੱਲੀ ਹੈਗੀ ਤਕਰੀਬਨ ਤੇ ਇਦੋਂ ਬਾਅਦ ਟੈਟੂ ਬਣਨਾ ਜਿਹੜਾ ਉਹ ਸ਼ੁਰੂ ਹੋ ਜਾਣਾ ਹੈਗਾ। ਤੇ ਨਾਲੋਂ ਨਾਲ ਇਹ ਚੀਜ਼ਾਂ ਬੜੀਆਂ ਤੁਸੀਂ ਦੇਖੋ ਕਿ ਇਹਦਾ ਮਕਸਦ ਵੀ ਇਹੀ ਹੈ, ਕਿਉਂਕਿ ਪਹਿਲਾਂ ਹੁੰਦਾ ਸੀ ਬਹੁਤ ਘੱਟ ਲਿਮਟਿਡ, ਤੇ ਹੁਣ ਦੇਖਿਆ ਜਾਵੇ ਲੋਕਾਂ ਦੇ ਵਿੱਚ ਸ਼ੌਂਕ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ। ਪਹਿਲਾਂ ਤਾਂ ਜਦ ਕਹੀਏ ਇਮਰਾਨ, ਜਦ ਅੰਗਰੇਜ਼ਾਂ ਦੀ ਦੇਖਣ ਨੂੰ ਮਿਲਦੇ ਹੁੰਦੇ ਸੀ ਫਿਲਮਾਂ ਦੇ ਵਿੱਚ ਕਿ ਟੈਟੂ ਬਣਾਏ ਹੋਏ ਨੇ, ਉਹ ਵੀ ਕਲਰਫੁਲ, ਕਿਉਂਕਿ ਇੱਧਰ ਕਲਰਫੁਲ ਤਾਂ ਸ਼ਾਇਦ ਬਣਾਉਂਦੇ ਨਹੀਂ ਸੀਗੇ, ਜੇ ਬਣਾਉਂਦੇ ਸੀ ਤਾਂ ਬਹੁਤ ਜ਼ਿਆਦਾ ਕੋਸਟਲੀ ਹੁੰਦੇ ਸੀਗੇ। कलरफुल तो कॉस्टली होते हैं, कलरफुल टैटू कॉस्टली होते हैं, बट ये होता है कि कलर टैटू डिपेंड करता है स्किन पे, आपकी स्किन कैसी है, स्किन का कलर कैसा है। अगर आपकी स्किन गोरी है ना, गोरी स्किन है, तभी आपके कलर टैटू ज़्यादा अच्छे अट्रैक्टिव लगेंगे, ज़्यादा हाईलाइट होंगे, ज़्यादा खिल के आएंगे। क्योंकि अगर जितनी डार्क स्किन होगी उस पर कलर नहीं उतने ज़्यादा हाईलाइट हो सकते हैं ना, तो स्किन पे डिपेंड करता है, 50% स्किन पे डिपेंड करता है कलर टैटू ना। ਕਈ ਕਹਿ ਵੀ ਜ਼ਿਆਦਾਤਰ ਕਿਸ ਤਰ੍ਹਾਂ ਦੇ ਕੰਪਲੀਮੈਂਟ ਮਿਲਦੇ ਨੇ, ਕਿਉਂਕਿ ਕਈ ਜਿਨ੍ਹਾਂ ਨੂੰ ਤਾਂ ਲੱਗਦਾ ਹੋਊਗਾ ਵੀ ਵੀਰੇ ਪਤਾ ਨਹੀਂ ਕਿੰਨਾ ਕੁ ਰੰਗ ਨਿਕਲ ਕੇ ਆਊਗਾ। कुछ क्लाइंट्स ऐसे होते हैं कि जैसे अब वो देखते हैं कि
अब उनकी स्किन जैसे, अब मेरी स्किन डार्क है, मेरी स्किन पे इतने ज्यादा टैटू नहीं आएंगे। अब क्लाइंट्स देखते हैं गूगल पे अपने फॉरनर स्किन के टैटूज, है ना, फॉरनर्स के टैटूज देखते हैं भी इतना अच्छा कलर आ रहा है, हमारे क्यों नहीं आ रहा। तो उन क्लाइंट्स के लिए ये कहूंगा कि जैसी स्किन है आपकी, आप वैसे ही टैटू सर्च करो, मतलब गूगल वगैरह पे ना। ਆਰਟਿਸਟ ਨਾਲ ਤੁਸੀਂ ਸਲਾਹ ਕਰ ਸਕਦੇ ਹੋਗੇ ਵੀ ਮੇਰੇ ਕਿਹੜੇ ਚੀਜ਼ ਅੱਛੀ ਲੱਗੇਗੀ, ਕਿਉਂਕਿ ਆਮ ਤੌਰ ਤੇ ਹੁੰਦਾ ਕਿ ਅਸੀਂ ਆਪਣੇ ਤੌਰ ਤੇ ਸੋਚ ਤਾਂ ਲੈਂਦੇ ਆ, ਉਹ ਚੀਜ਼ਾਂ ਉਹਨੇ ਕਈ ਵਾਰ ਜ਼ਿਆਦਾ ਵਧੀਆ ਨਹੀਂ ਲੱਗਦੀਆਂ ਹੈਗੀਆਂ, ਪਰ ਇਹ ਵੀ ਤੁਹਾਨੂੰ ਜ਼ਰੂਰੀ ਹੈ ਕਿ ਜਿਹੜਾ ਮਾਹਿਰ ਹੈਗਾ ਅੱਗੇ ਐਕਸਪਰਟ ਹੈ ਬੰਦਾ, ਉਹ ਤੋਂ ਤੁਸੀਂ ਸਲਾਹ ਲੈ ਲਓ ਕਿ ਆਖਰ ਇਹ ਚੀਜ਼ ਬਣੂਗੀ ਕਿਵੇਂ ਤੇ ਕਿਹੋ ਜੀ ਮੇਰੇ ਬਾਅਦ ਚੋਂ ਆ ਸਕਦੀ ਹੈ, ਕਿਉਂਕਿ ਉਹ ਹਰ ਦਿਨ ਕਿਸੇ ਨਾ ਕਿਸੇ ਤੇ ਦੇਖਦਾ ਰਹਿੰਦਾ ਹੈ। ਤੇ ਤੁਸੀਂ ਦੇਖੋ ਕਿ ਆਖਰ ਤਿਆਰੀ ਪੂਰੀ ਹੋ ਚੱਲੀ ਹੈ ਤੇ ਉਸ ਤੋਂ ਬਾਅਦ ਹੁਣ ਟੈਟੂ ਬਣਨਾ ਸ਼ੁਰੂ ਹੋਊਗਾ। ਨਾਲੋਂ ਨਾਲ ਜੇ ਕਰੀਏ ਇਮਰਾਨ, ਜਿਹੜੇ ਤੁਹਾਨੂੰ ਮੈਂ ਜਿਵੇਂ ਪੁੱਛ ਰਹੀ ਸੀ ਵੀ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਵੀ ਲਾਈਨ 'ਚ ਬਹੁਤ ਸਾਰੇ ਬੰਦੇ ਆ ਗਏ ਹੋਣੇ ਆ, ਕਿ ਚੀਜ਼ ਦਾ ਫਰਕ ਪਿਆ ਪਹਿਲਾਂ ਨਾਲੋਂ? फर्क तो पड़ा है, अब काफी ज्यादा टैटू आर्टिस्ट बनते जा रहे, आते जा रहे हैं, क्योंकि जैसे वर्क बढ़ता जा रहा है टैटू का इंडिया में, वैसे ही ज्यादा क्लाइंट बढ़ते जा रहे हैं और अपना टैटू आर्टिस्ट भी बढ़ते जा रहे हैं, तो फर्क तो पड़ ही रहा है। ਬਿਲਕੁਲ ਇਹ ਦੇਖੋ ਹੁਣ ਤੁਸੀਂ ਪਹਿਲਾਂ ਇਮਤਿਹਾਨ ਨਾਲ ਦੇਖੋ ਕਿ ਆਖਰ ਟੈਟੂ ਬਣਦਾ ਕਿਵੇਂ ਹੈ। सबसे मेन चीज़ है, जैसे क्लाइंट सोचते हैं कि ये प्राइस ज़्यादा ले रहा है, कम ले रहा है, तो मैं क्लाइंट को इतना कहूँगा कि आप पहले जो भी ਲੋਕਾਂ 'ਚ ਬਹੁਤ ਕਿ ਕੋਈ ਜ਼ਿਆਦਾ ਲੈਂਦਾ, हाँ, कोई ज़्यादा लेता है, कोई कम लेता है, वो डिपेंड है कि कोई बिगिनर आर्टिस्ट है, वो क्लाइंट को नहीं पता होता कि कौन बिगिनर है, कौन कैसे है, कौन किसका वर्क कैसे है ना। कईयों को काफ़ी 10-10, 20-20 साल हो गए, तो उनका उस अपने एक्सपीरियंस के अकॉर्डिंग प्राइस उनके बढ़ते रहते हैं। तो क्लाइंट को इतना कहूँगा कि आप सबसे पहले क्या कहते हैं, सर्च करो कि वो बंदे का वर्क कैसा है, कैसा नहीं है, फिर हाँ क्वालिटी क्या है, वो कैसे वर्क कर रहा है, क्योंकि टैटू डिपेंड करता है क्वालिटी पे और वर्क पे भी, वो कैसे प्रोफेशनली कैसे बना रहा है, कैसे नहीं बना रहेगा। ये नहीं डिपेंड करता कि अगर वो 2000 कम ले रहा है, 5000 कम ले रहा है, तो हम उसके बाद चल जाए। टैटू ये नहीं है कि, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਤੇ ਤੁਹਾਡੇ ਸਰੀਰ ਦੇ ਨਾਲ ਜੁੜੀ ਹੋਈ ਚੀਜ਼ ਹੈ, ਸਮਝੌਤਾ नहीं कर बनेगा तो सकते। लाइफ टाइम तक आप खुश हो, और अगर बेकार बना तो फिर लाइफ टाइम तक आप रोगे। तो वो डिपेंड करता है क्वालिटी पे, ना कि पैसे पे, कि पैसा कौन कितना ले रहा है। ਇਹ ਚੀਜ਼ ਤਾਂ ਬੜੀ ਖਾਸ ਹੁੰਦੀ ਹੈ ਕਿ ਆਖਰਕਾਰ ਕਿਉਂਕਿ ਤੁਹਾਡੇ ਸਰੀਰ ਦੇ ਉੱਤੇ, ਬੋਡੀ ਦੇ ਉੱਤੇ ਚੀਜ਼ ਬਣਨੀ ਹੈ, ਤਾਂ ਤੁਸੀਂ ਰਿਸਕ ਹੈ ਜਿਹੜਾ ਉਹ ਕਿਸੇ ਚੀਜ਼ ਦਾ ਨਹੀਂ ਲੈ ਸਕਦੇ ਹੈਗੇ। ਜਿਵੇਂ ਹੁਣ ਤੁਸੀਂ ਦੇਖੋ ਬੜੇ ਇਮਤਿਹਾਨ ਦੇ ਨਾਲ ਇਹ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ, ਤੇ ਇਹਦੇ ਦੇ ਉੱਤੇ ਕਿਹਾ ਜਾਵੇ ਟਾਈਮ ਦੇ ਨਾਲ ਜੇ ਗੱਲ ਕੀਤੀ ਜਾਵੇ ਕਿ ਤੁਹਾਡੇ ਇਮੋਸ਼ਨ ਬੜੇ ਉਹ ਕਰਦੇ ਨੇ। ਇਮਰਾਨ ਜੀ ਕਰ ਕੀ ਇਮੋਸ਼ਨ ਤੁਹਾਡੇ ਹੋਣੇ ਵੀ ਬੇਹਦ ਜ਼ਰੂਰੀ ਨੇ, ਕਿ ਆਖਰਕਾਰ ਤੁਸੀਂ ਦਿਲ ਦੇ ਨਾਲ, ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਤਾਂ ਚਲੋ ਦਿਲਚਸਪੀ ਸੀ ਸ਼ੁਰੂ ਤੋਂ, ਇੱਕ ਤੁਸੀਂ ਹੁੰਦਾ ਵੀ ਚਲੋ ਯਾਰ ਕਰਨਾ ਫਾਹਾ ਵੱਢਣਾ, ਤੁਹਾਡੇ ਕੋਲ 4 ਕਸਟਮਰ ਆ ਗਏ ਤਾਂ ਫਟਾਫਟ ਨਿਬੇੜੋ ਉਹਨੂੰ। नहीं, प्रोफेशन पैशन होना चाहिए, पैशन और पेशेंस दोनों इंपॉर्टेंट है। पैशन ਤਾਂ खैर गाहक वास्ते होनी चाहिए है। हाँ, तो अब पेशेंस, जैसे अब इनके पास पेशेंस है, आराम से बैठेंगे, मैं आराम से वर्क करूंगा, जितना आराम से वर्क करूंगा उतनी एक एक डिटेलिंग आएगी, एक एक चीज हाईलाइट होगी, खिल के आएगा। अब मैं जल्दी करूंगा, अब जैसे क्लाइंट खड़ा है, मैं जल्दी करूंगा, वो कोई वर्क नहीं है, वो फिर मेरा शौक ही नहीं है कि मैं जल्दी करूँ और सबको लेके आऊँ, वो मेरा शौक नहीं है, वो फिर मैं ਬਿਲਕੁਲ ਪੰਜਾਬੀ ਜਿਵੇਂ ਕਹਿੰਦੇ ਨੇ ਕਿ ਫਾਹ ਨਹੀਂ ਵੱਢਣਾ ਚਾਹੀਦਾ, ਬਹੁਤ ਵਧੀਆ ਢੰਗ ਦੇ ਨਾਲ ਬਣਾਉਣੀ ਹੈ। ਤੇ ਇਹੀ ਚੀਜ਼ ਤੁਸੀਂ ਦੇਖਿਓ ਕਿ ਹੁਣ ਆਖਰ ਜਦੋਂ ਇਹ ਬਣ ਕੇ ਕਿਹੋ ਜਿਹਾ ਦਿਖੂਗਾ, ਕਿਹੋ ਜਿਹੀ ਤਿਆਰੀ ਹੋਊਗੀ, ਬਾਅਦ ਚ ਕੀ ਕੁਝ ਚੀਜ਼ਾਂ ਧਿਆਨ ਰੱਖਣੀਆਂ ਹੁੰਦੀਆਂ ਨੇ, ਤੇ ਅੱਗੇ ਹੁਣ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਦਿਲਚਸਪੀ ਵਧੀਆ, ਜਿਹੜੀ ਗੱਲ ਅਸੀਂ ਰਿਸ਼ਤਿਆਂ ਦੀ ਜਿਵੇਂ ਕਰੀ ਸੀ ਉਹ ਵੀ ਗੱਲ ਕਰਾਂਗੇ। ਖੈਰ ਇਮਰਾਨ ਨੂੰ ਹੁਣ ਫਿਲਹਾਲ ਅਸੀਂ ਟੈਟੂ ਬਣਾਉਣ ਦਿੰਨੇ ਆ। ਤੇ ਟੈਟੂ ਜਿਹੜਾ ਸ਼ੁਰੂਆਤ ਤੁਹਾਨੂੰ ਦਿਖਾਈ ਸੀਗੀ, ਹਾਲਾਂਕਿ ਉਸ ਤੋਂ ਬਾਅਦ ਕਾਫੀ ਟਾਈਮ ਇਸ ਚੀਜ਼ ਨੂੰ ਲੱਗ ਜਾਂਦਾ, ਇਹ ਨਹੀਂ ਹੈਗਾ ਕਿ ਬਹੁਤ ਜਲਦੀ ਇੱਕ ਪੈਨਸਲ ਵਾਂਗੂ ਆਪਾਂ ਕ੍ਰੀਏਟ ਕਰਿਆ ਤੇ ਉਸ ਤੋਂ ਬਾਅਦ ਬਣ ਗਿਆ। ਖੈਰ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਵੀ ਹੈ, ਜ਼ਿਆਦਾਤਰ ਇਹ ਚੀਜ਼ ਹੁੰਦਾ ਕਿ ਇਹ ਜਿਹੜਾ ਮੂਵਮੈਂਟ ਹੁੰਦਾ ਹੈ ਕਹੀਏ ਕਿ ਜੋ ਬਣਵਾਉਂਦਾ ਉਹਦੇ ਵਾਸਤੇ ਬੜਾ ਖਾਸ ਹੁੰਦਾ ਹੈ। ਇਮਰਾਨ ਕਹਿ ਸਕਦੇ ਹਾਂ ਜਦੋਂ ਲਾਸਟ ਤੁਹਾਡਾ ਇਹ ਹੁੰਦਾ ਹੈ ਕਿ ਆਖਰਕਾਰ ਜਦੋਂ ਤੁਸੀਂ ਸਾਫ਼ ਕਰਕੇ ਬਿਲਕੁਲ ਫਸਟ ਟਾਈਮ ਅਗਲਾ ਦੇਖਦਾ ਮੇਰੇ ਕੀ ਬਣਿਆ, ਬੜਾ ਖਾਸ ਮੂਵਮੈਂਟ ਹੁੰਦਾ ਹੋਣਾ ਬਣਾਉਣ ਵਾਲੇ। हाँ जी ਕੀ ਕਿਸ ਤਰ੍ਹਾਂ ਦਾ ਆਇਆ ਹੈਗਾ? अब इसकी फिनिशिंग देख के मतलब अच्छा लगता है कि क्या चीज़ बनाई है, क्या पहले स्टेंसिल बनाई हुई थी, अब उसके बाद प्रॉपर ये बनाया है हमने, वर्क किया। अब देख सकते हो कि ये मॉम डैड का टैटू ਬਹੁਤ बनवाया है। ਸੋਹਣਾ ਤੁਸੀਂ ਦੇਖੋ ਉੱਭਰ ਕੇ ਟੈਟੂ ਆਇਆ, ਤੇ ਕਹਿੰਦੇ ਪੇਸ਼ੈਂਸ ਬੜੀ ਜ਼ਰੂਰੀ ਹੈ, ਕਿਉਂਕਿ ਅਸੀਂ ਵੀ ਬੈਠੇ ਬੈਠੇ ਬੜਾ ਸੋਚਣ ਲੱਗੇ ਵੀ ਰਹਿਣਾ ਨਾ ਟਾਈਮ, क्योंकि क्लाइंट भी थक जाता है ना, कभी कभी बैठे बैठे क्लाइंट थक जाता है, कभी कभी क्लाइंट सोचता है कि पेन नहीं होगा, हम थकेंगे नहीं, कुछ नहीं होगा, तो सोचता है क्लाइंट की क्या बनवा रहे हैं हम, मतलब अक जाता है क्लाइंट भी, तक भी पेन हो रहा ਬੰਦਾ। ਇਹ ਤਾਂ ਗੱਲ ਇਹਦੀ है, ਬਿਲਕੁਲ क्या ਸਹੀ ਹੈ। कर लिया हमने, क्यों बनवा रहे हैं। बट बनने के बाद बहुत ज्यादा खुशी होती है कि जैसे आप उनसे पूछ सकते हो कि क्लाइंट से भी। ਤੇ ਇੱਕ ਚੀਜ਼ ਹੋਰ ਦੱਸੋ, ਇਹਦੇ ਚ ਤੁਸੀਂ ਕੀ ਖਾਸ ਧਿਆਨ ਵੀ ਰੱਖਣਾ ਪੈਂਦਾ ਫਿਰ, ਜਿਵੇਂ ਹੁਣ ਬਣ ਗਿਆ ਇਹ ਕਲਰ ਪੱਕੇ ਨੇਗੇ? हाँ, अब इसका ये ध्यान रखना पड़ता है कि ये टैटू दबना नहीं चाहिए, और स्किन उतरेगी इसकी थोड़े दिनों बाद ना, स्किन अब जो ऊपर से डेड स्किन होती है वो उतरती है, उसको खुद नहीं छीलना है, वो अपने आप उतरेगी अपना। और उसके बाद ये कोई केमिकल वाली चीज़ नहीं लगनी चाहिए इस पे, बारिश का पानी होगा, स्विमिंग पूल का अपना होगा, सैनिटाइजर। ਆਮ ਤੌਰ ਤੇ ਮੈਕਸਿਮਮ ਲੋਕ ਗਲਤੀ ਕੀ ਕਰਦੇ ਨੇ ਇਹਦੇ ਚ?
गलती ये करते हैं कि जब स्किन उतरने लगती है ना, तो जब स्किन उतरती है तो वो ऑड लगता है, थोड़ा खराब सा लगता है, क्योंकि स्किन उतरती है लोग सोचते हैं यार कैसा तो लग रहा है आप गंदा, तो वो तो जल्दी जल्दी खुद उतार देते हैं, तो उससे क्या होता है वो अंदर से ना पोर जो स्किन अंदर से ही निकल जाती है, वो कलर के ब्लड निकलता है, फिर ब्लड के साथ कलर निकल जाता है। ज्यादातर लोग छीलते ही हैं उसे, छीलते हैं या दब कर लाते हैं, या फिर टैटू दब जाता है आपका, तो अंदर से पोर्स जो होते हैं, छेद होते हैं उसके पोर्स होते हैं, वो खुल जाते हैं, वो पक जाता है, पकने का डर, तो दबना नहीं चाहिए ਟੈਟੂ ਬਿਲਕੁਲ ਵੀ। ਬਿਲਕੁਲ ਇਹ ਬੜਾ ਇਹ ਚੀਜ਼ਾਂ 'ਚ ਜੇ ਕਹੀਏ ਕਿ ਧਿਆਨ ਰੱਖਣ ਵਾਲੀ ਚੀਜ਼ ਹੁੰਦੀ ਹੈ ਕਿ ਜਿਵੇਂ ਇਹ ਟੈਟੂ ਬਣੇ ਨੇ ਤੇ ਇਹ ਤੋਂ ਬਾਅਦ ਫਿਰ ਇਹਨੂੰ ਕੇਰਾਂ ਰੈਪ ਕਰਕੇ ਤੋੜਦੇ ਤੁਸੀਂ ਹੈ ਵੀ ਆਪਦੇ ਕਰਨੀ ਹੋ, ਜਿਵੇਂ ਨਵੀਂ ਚੀਜ਼ ਨੂੰ ਕਿਸੇ ਨੂੰ ਆਪਾਂ ਦਿੰਨੇ ਕਸਟਮਰ ਨੂੰ। डस्ट वगैरह ना लगे, अभी ये जाएंगे एक्टिवा पे जाएंगे अपने व्हीकल पे, तो डस्ट वगैरह ना लगे, ये एंटीसेप्टिक क्रीम लगा के तो इसको रैप कर देंगे। 2 ਘੰਟੇ ਤੱਕ ਐਵੇਂ ਫਿਰ हाँ जी, 2 घंटे तक ऐसे ही रहना। ਕਲਰ ਦਾ ਵੀ ਕੁਝ ਹੁੰਦਾ ਵੀ ਕਲਰ ਠਹਿਰਦਾ ਹੈ ਉਹਨਾਂ ਟਾਈਮ ਜਾਂ ਕਲਰ ਤੱਕ ਚਲੋ ਪੈ ਹੀ ਗਿਆ ਹੈਗਾ। ये तो लाइफ टाइम तक रहेगा कलर, बस मेन होता है केयर पे। अब ये कलर कभी नहीं कहीं नहीं जाना, बस अगर केयर प्रॉपर होगी तो टैटू को कुछ भी नहीं होगा, पर आपने केयर करनी है प्रॉपर, कुछ लगे ना गंदे डस्ट वगैरह, पसीना वगैरह, बारिश का पानी, स्विमिंग पूल का पानी, केमिकल वाली कोई चीज़ नहीं लगनी चाहिए, बस ये सारी प्रिकॉशंस होती है और कुछ नहीं है। थोड़ा सा ਤੇ ਬਿਲਕੁਲ ਜਿਵੇਂ ਅਸੀਂ ਤੁਸੀਂ ਦੇਖਿਆ ਪਹਿਲਾਂ ਮਮ ਡੈਡ ਦਾ ਟੈਟੂ ਤੇ ਹੁਣ ਇੱਕ ਪੋਰਟਰੇਟ ਤੁਹਾਨੂੰ ਜਿਹੜੇ ਕਿ ਇਮਰਾਨ ਨੇ ਬਣਾਏ ਨੇਗੇ ਉਹ ਦਿਖਾਣੇ ਆਗੇ ਕਿ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹ ਉਦੋਂ ਵੀ ਵੱਡੀ ਕਲਾਕਾਰੀ ਆ, ਹਾਲਾਂਕਿ ਬਨ ਬਹੁਤ ਜਗ੍ਹਾ ਤੇ ਰਹੇ ਨੇ, ਪਰ ਇਹ ਸਭ ਤੋਂ ਚੀਜ਼ ਇਹ ਹੁੰਦੀ ਹੈ ਕਿ ਕੌਣ ਵਧੀਆ ਢੰਗ ਦੇ ਨਾਲ ਤੇ ਲੋਕ ਕਿਹਨੂੰ ਪਸੰਦ ਕਰ ਰਹੇ ਨੇ। ਇਹ ਤੁਸੀਂ ਦੇਖੋ ਮੁੰਡੇ ਨੇ ਆਪਦੇ ਫਾਦਰ ਮਦਰ ਦਾ ਜਿਹੜਾ ਪੋਰਟਰੇਟ ਬਣਵਾਇਆ ਹੈ, ਬੜੀ ਵੱਡਾ ਇੱਕ ਕਹੀਏ ਕਿ ਸਮਾਂ ਲੱਗਦਾ। ਇਮਰਾਨ ਇਹਨੂੰ ਤਾਂ ਕਾਫੀ ਟਾਈਮ ਲੱਗ ਜਾਂਦਾ ਹੁਣ हाँ जी, पोर्ट्रेट बनाने में कम से कम भी 5-6 घंटे तो लग ही जाते हैं मिनिमम। ਇੱਕ ਪੋਰਟਰੇਟ ਨੂੰ ਜਿਵੇਂ ਕਿ हाँ जी, एक पोर्ट्रेट को मिनिमम 5-6 घंटे बन जाते हैं। ये इसके फादर का पोर्ट्रेट बनवाया था, तो बीच में ये एडिटिंग की हुई है और ये उनकी डेट लिखी हुई है जब वो एक्सपायर हुए थे, और ये इसके मदर का है, और बीच में ये डिटेलिंग एडिट की हुई है। ਹਾਂ ਤੁਸੀਂ ਇਹ ਬਣਵਾਇਆ ਹੈ ਕਿ ਆਮ ਤੌਰ ਤੇ ਤਾਂ ਲੋਕ ਬਣਾਉਂਦੇ ਜਿਵੇਂ ਕੋਈ ਵਧੀਆ ਕੋਈ ਹਾਈਲਾਈਟ ਚੀਜ਼ਾਂ ਹੋਣ, ਤੁਸੀਂ ਆਪਦੇ ਫਾਦਰ ਮਦਰ ਦਾ ਬਣਾਇਆ, ਕੀ ਆਖਰ ਸੋਚ ਕੀ ਸੀ ਵੀ ਮੈਂ ਇਹਨਾਂ ਦੇ ਟੈਟੂ ਬਣਾਉਣੇ? शौक था मुझे टैटू बनवाने का, लेकिन आज तक मैंने कभी कोई टैटू नहीं बनवाया था। पहला टैटू मैंने अपनी मम्मी के जी का बनवाया, फिर मैंने पापा जी का बनवाया। ਤੇ ਯਾਨੀ ਕਿ ਇੱਕ ਸ਼ੌਂਕ ਦੇ ਨਾਲ ਤੁਸੀਂ ਇਮੋਸ਼ਨ ਆਪਦੇ ਜੋੜੇ ਨੇ ਵੀ ਸਦਾ ਨਾਲ ਰਹਿਣ, ਯਾਦ ਰਹੇ। जी हाँ जी, क्योंकि मेरे मम्मी पापा जी दोनों की डेथ हो चुकी है, तो मैंने इसलिए बनाया कि ये मेरे दोनों साथ रहें। शौक था मेरा बनवाने का, तो फिर मैंने जब ये चले गए दोनों, मतलब मैं ये नहीं कहता कि चले गए, आज भी मेरे साथ हैं। शौक था मुझे। ਬਿਲਕੁਲ ਮੁੰਡੇ ਨੇ ਕਿਹਾ ਕਿ ਆਖਰਕਾਰ ਸ਼ੌਂਕ ਹੈਗਾ ਤਾਂ ਸ਼ੌਂਕ ਦੇ ਨਾਲ ਨਾਲ ਆਖਰ ਕਰਕੇ ਜਿਵੇਂ ਕਿ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਵੀ ਕੋਈ ਮਤਲਬ ਹੋਣਾ ਚਾਹੀਦਾ ਤੁਹਾਡੇ ਟੈਟੂ ਦਾ। टैटू का लाइफ में मतलब होना चाहिए, इंसिडेंट होना चाहिए किसी के लिए। अब जैसे इन्होंने अपनी मम्मी डैडी के लिए बनाया, क्योंकि अब टैटू का ये मतलब नहीं है कि डिज़ाइन कुछ भी डिज़ाइन बना लिया हमारे पे अच्छा लगना चाहिए, ऐसा कुछ नहीं है। टैटू होना चाहिए अपनी लाइफ से रिलेटेड होना चाहिए, उसके साथ हम जुड़े हों, वो हमारे साथ लाइफ टाइम तक जुड़ा होना चाहिए टैटू, ये मतलब होना चाहिए उसका। तो वही इन्होंने इसी तरह के नाम बनाए हुए ने ਜਿਹੜੇ बनाए हुए ने। ये मैंने खुद ही बनाए अपने टैटू, जितने भी बनाए हैं ये मैंने अपने फादर साहब की, जब मेरे फादर साहब की डेथ हो गई थी तब मैंने बनाया था। अपने फादर साहब का खुद बनाया हुआ है, ये मैकेनिकल की थी तब बनाया था। मतलब ये इतने ज़्यादा एग्जैक्ट नहीं बने, जब मैं सीख रहा था सीखते सीखते बनाता गया। और ये मेरी मशीन है, जैसे कि अब ये सारे टैटूज मेरी लाइफ से रिलेटेड है। ये मेरी मशीन है, ये पापा का है, यहाँ से ये फैमिली फॉरएवर लिखा हुआ है, यहाँ से फैमिली, यहाँ से फॉरएवर। ये मेरा कार्टून है जो कि मेरा कार्टून फेवरेट है कार्टून। और भी टैटूज बना रखे हैं अंदर जो कुछ और पर्सनल। ਜ਼ਿਆਦਾਤਰ ਜੇ ਇਮਰਾਨ ਕਹੀਏ ਕਿ ਕਈ ਜਿਵੇਂ ਹੁਣ ਕੁੜੀਆਂ ਛਪਵਾ ਲੈਂਦੀਆਂ ਹੋਣੀਆਂ, ਬਾਅਦ ਚ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਹੋਣਾ ਵੀ ਗਲਤੀ ਹੋ ਗਈ ਕਿਉਂਕਿ ਬॉयਫ੍ਰੈਂਡ ਦਾ ਨਾਮ ਹੋ ਗਿਆ, ਕਈ ਵਾਰ ਕਈ ਦੀ ਸ਼ਾਦੀ ਹੋਣ ਵਾਲੀ ਆ ਉਹਦਾ ਨਾਮ ਪਹਿਲਾਂ ਛਪਾ ਲਿਆ, ਉਧਰੋਂ ਕੱਲ ਨੂੰ ਸ਼ਾਦੀ टूट गई, इस तरह ਦੇ ਹੁੰਦੇ ਨੇ ਕਿਸੇ? काफी आते हैं ऐसे, तो मैं बोलता भी हूँ ऐसा कुछ, मतलब कई लिखवाते हैं कि क्योंकि जो प्यार होता है वो जरूरी है नाम लिखवा के। अब जैसे कपल होते हैं कि कपल्स होते हैं भी, वो अपने वाइफ को जैसे शादी हो जाए शादी के बाद लिखवा लो, ऐसा कुछ नहीं है, बट लिखवाते अब कुछ कह भी नहीं सकते हम किसी को। बट ये है कि मेरे पास आते हैं बहुत से बंदे आते हैं कवर करवाने, जैसे उसने अपने गर्लफ्रेंड का किसी ने टैटू बनवा लिया है, गर्लफ्रेंड ने बॉयफ्रेंड का टैटू बनवा लिया है, तो कुछ टाइम बाद उनका ब्रेकअप हो जाता है, कुछ फिर वो कवर करवाने आते हैं। तो ऐसे इंसिडेंट आते रहते हैं, काफ़ी ज़्यादा आते रहते हैं। ਟਾਈਮ ਦੇ ਸਾਹਮਣੇ ਇਹ ਚੀਜ਼ਾਂ ਆਈਆਂ ਕਿ ਉਹਨੂੰ ਕਵਰ ਕੀਤਾ ਜਾ ਸਕੇ, ਉਹਦੇ ਚ ਫਿਰ ਕਿਵੇਂ ਉਹਦੀ ਸ਼ੇਡ ਚੇਂਜ ਕਰ ਲੈਂਦੇ? हाँ जी, कवर कर देते हैं, उस पर कुछ ना कुछ टैटू बन जाता है, जैसे नेम लिखा हुआ उस पर हम कुछ ऐसा टैटू क्रिएट करते हैं कि जो उससे कवर हो जाए, कुछ डार्क सा टैटू। इस तरह ਦਾ क्लोज ਛੁੱਟਿਆ ਜਾਂਦਾ ਕਿਤੇ ਨਾ ਕਿਤੇ, ਕਲਾਕਾਰ ਨੂੰ ਪਤਾ ਹੁੰਦਾ ਮੈਂ ਕਿਵੇਂ ਉਹਨੂੰ ਲੁਕਾਉਣਾ ਹੈ, कैसे कवर करना है, किस टैटू से कवर करना है, वो हम कवर कर देते हैं उस टैटू को ना। जैसे या कुछ स्कार्स हो, जैसे किसी का कुछ जला हुआ होता है वो भी कवर हो जाता है, या किसी के धब्बे पड़े हो, बॉडी पे धब्बे होते हैं, कुछ धब्बे होते हैं या जले हुए के धब्बे होते हैं, वो स्कार्स वगैरह जलने के, बर्न्स के, वो भी हो जाते हैं। ਇੱਕ ਹੋਰ ਦੱਸੋ ਇਮਰਾਨ, ਕਿਉਂ ਇਹ ਤਾਂ ਚਲੋ ਤੁਸੀਂ ਸਾਰਾ ਤੁਹਾਨੂੰ ਦਿਖਾਇਆ ਕੀ ਉਹ ਹੁੰਦਾ ਤੁਹਾਡੇ ਨਾਲ, ਜਿਹੜੇ ਮੈਂ ਤੁਸੀਂ ਦੱਸਿਆ ਮਕੈਨੀਕਲ ਤੋਂ ਇੱਧਰ ਆ ਗਏ, ਪਰਿਵਾਰ ਦੇ ਵਿੱਚ ਕਾਫੀ ਖਿੱਚਤਾਨ ਉਦੋਂ ਰਹੀ ਹੋਣੀ ਹੈ ਵੀ ਨਾ ਕਰ ਕੰਮ ਹੋ ਰਿਹਾ,
ਉਦੋਂ ਤੱਕ ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਸ਼ੁਰੂਆਤ ਕਰੀ ਸੀਗੀ? ਸ਼ੁਰੂਆਤੀ ਦਿਨਾਂ ਦੇ ਵਿੱਚ ਇਮਰਾਨ ਇੰਨਾ ਮਸ਼ਹੂਰ ਹੈਗਾ ਸੀਗਾ ਕਿ ਲੋਕ ਦੂਰੋਂ ਦੂਰੋਂ ਟੈਟੂ ਬਣਵਾਉਣ ਆ ਰਹੇ ਨੇ? स्टार्टिंग में ऐसा था कि जब मैंने मैकेनिकल की थी, उसके बाद जॉब की थी मैकेनिकल की, तो अब शौक था, ड्राइंग का शौक था, बट घर वालों ने इतना किया नहीं मेरे को ड्राइंग में ना, तो मैंने कहा चलो कोई नहीं मैकेनिकल, उन्होंने बोला था मैकेनिकल, मैंने कर ली मैकेनिकल जॉब की। उसके बाद जॉब की मैंने, जॉब के साथ साथ जब जॉब छोड़ी वहाँ से, फिर जब खुद का अपना काम क्रिएट किया, मैंने अपना काम किया, तो इतना ज़्यादा नाम नहीं था, इतना कुछ किसी को पता ही नहीं था इमरान है भी कोई कि नहीं है, टैटू वाला कोई है भी, तो काफ़ी ज़्यादा दिक्कतें आई। कुछ ਪੈਸੇ ਦੀ ਕਿੱਲਤ ਆਈ ਕਦੇ? पैसों की इतनी आई थी कि इतना कोई किसी को पता ही नहीं था, तो कैसे करना था, कैसे मैनेज करना था, कुछ नहीं पता था। घर से पैसे लेता था तो मतलब इनकम इतना भी नहीं निकलता था कि हो सके कि क्रिएट हो सके, तो खूब बहुत ज़्यादा दिक्कतें आई, पैसों की भी दिक्कत आई, सामान खरीदने की भी दिक्कत आई, और नाम नहीं था तो कोई बनाने भी नहीं, इतना नहीं आता था। ਮਾਰਕੀਟਿੰਗ ਵਾਸਤੇ ਤਾਂ ਪੈਸਾ ਹੋਣਾ ਹੀ ਨਹੀਂ ਉਸ टाइम। हाँ, मार्केटिंग भी नहीं की थी, कुछ भी नहीं था, मतलब कि बहुत ज़्यादा काफ़ी ज़्यादा दिक्कतें आई, पैसों में भी दिक्कत आई, क्लाइंट्स की भी दिक्कत आई, नाम भी नहीं था। तो फिर धीरे कर मतलब एक टाइम पे ऐसा हो गया था कि टूट सा गया था, थक गया था कि यार अब मैंने क्या गलत काम कर लिया है। अच्छा खासा, मैं घर वाले भी टोकते थे कि मैकेनिकल छोड़ दी तूने, अब यहाँ पे फंस गया है ये वो, बट मैंने अपना शौक नहीं छोड़ा। शौक था जो शुरू से स्टार्टिंग से था, वो करता रहा, बरकरार रहा उस पर, तो आज मैं इधर पे पहुंच गया हूँ कि अपना अच्छा खासा काम है, नाम अच्छी खासी आमदनी हैगी, आज खुश नहीं करते? हाँ जी, नाम है, घर के भी खुश हैं, अच्छा खासा काम भी है, नाम भी है, थोड़ा बहुत नाम है, चलो ऊपर वाला करेगा आगे और ज़्यादा करेगा, और धीरे धीरे सब कुछ अच्छा होता जा रहा है, मतलब घर वाले भी बहुत ज़्यादा खुश है। ਬਿਲਕੁਲ, ਇਹ ਸੀ ਟੈਟੂ ਆਰਟਿਸਟ ਦੀ ਕਹਾਣੀ ਤੇ ਟੈਟੂ ਦੇ ਪਿੱਛੇ ਦੀ ਕਹਾਣੀ ਕਿ ਆਖਰ ਕਰਕੇ ਕਿਵੇਂ ਸ਼ੁਰੂਆਤਾਂ ਹੁੰਦੀਆਂ ਨੇ ਤੇ ਆਖਰ ਕਿਵੇਂ ਇਮਰਾਨ ਨੇ ਵੀ ਆਪਦੀ ਜੇ ਕਹੀਏ ਕਿ ਸ਼ੁਰੂਆਤ ਬੜੀ ਛੋਟੀ ਜਿਹੀ ਕਰੀ, ਅੱਜ ਖੈਰ ਹਰ ਪਾਸੇ ਨਾਮ ਹੈਗਾ। ਦੂਜੇ ਪਾਸੇ ਦੇਖੀਏ ਤਾਂ ਕੀ ਕੁਝ ਚੀਜ਼ਾਂ ਦੀਆਂ ਕਿਵੇਂ ਹੁਣ ਬਣਾਉਂਦੇ ਨੇ, ਲੋਕਾਂ ਦੇ ਮਨ ਚੋਂ ਡਰ ਕਿਵੇਂ ਨਿਕਲ ਗਿਆ, ਇਹ ਸਭ ਚੀਜ਼ਾਂ ਵੀ ਤੁਸੀਂ ਦੇਖਿਆ ਕਿ ਹਰ ਇੱਕ ਚੀਜ਼ ਦੇ ਵਿੱਚ ਪ੍ਰੀਕਾਸ਼ਨ ਜ਼ਰੂਰ ਰੱਖੀ ਜਾਂਦੀ ਆ। ਨੀਡਲ ਨਵੀਂ ਵਰਤਣੀ ਹੈ, ਸਮਾਨ ਨਵਾਂ ਵਰਤਣਾ ਹੈ, ਕਿਵੇਂ ਰੈਪ ਕਰਨਾ, ਸਾਰਾ ਸਮਾਨ ਦਾ ਕਹੀਏ ਹੌਲੀ ਹੌਲੀ ਚੀਜ਼ਾਂ ਬਦਲ ਰਹੀਆਂ ਨੇ। ਜਿਵੇਂ ਤੁਹਾਨੂੰ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਦਿਲ ਜੁੜਨ ਤੋਂ ਲੈ ਕੇ ਦਿਲ ਟੁੱਟਣ ਤੱਕ ਦੀ ਯਾਦ ਟੈਟੂਆਂ ਦੇ ਵਿੱਚ ਅੱਜ ਵਸਣ ਲੱਗੀ ਆ। ਹੌਲੀ ਹੌਲੀ ਸਿਸਟਮ ਇਹ ਬਦਲ ਰਿਹਾ ਤੇ ਤੁਹਾਡਾ ਵੀ ਇਹ ਸ਼ੌਂਕ ਹੈਗਾ ਤਾਂ ਥੋੜੀ ਜਿਹੀ ਸਾਵਧਾਨੀ ਦੇ ਨਾਲ ਤੁਸੀਂ ਵਰਤੋ ਤਾਂ ਖਾਸ ਕਰਕੇ ਜਿਵੇਂ ਇਮਰਾਨ ਬੇਸ਼ੱਕ ਜੇ ਕਹੀਏ ਕਿ ਇਸਨੇ ਆਪਦੇ ਲਾਲਚ ਤੋਂ ਪਰੇ ਹੋ ਕੇ ਇਹ ਗੱਲ ਕਹੀ ਆ ਕਿ ਜੇਕਰ ਤੁਸੀਂ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਇਸ ਤਰ੍ਹਾਂ ਦੀ ਯਾਦ ਜੁੜਦੀ ਹੈ ਤਾਂ ਟੈਟੂ ਦੇ ਕੋਈ ਮਾਇਨੇ ਹੋਣੇ ਚਾਹੀਦੇ ਨੇ। ਬਿਨਾਂ ਮਾਇਨੇ ਤੋਂ ਬਣਾਈ ਗਈ ਚੀਜ਼ ਆਉਂਦੇ ਸਮੇਂ ਦੇ ਵਾਸਤੇ ਤੁਹਾਨੂੰ ਵੀ ਕੋਈ ਦੁੱਖ ਦੇਊਗੀ ਤੇ ਤੁਹਾਨੂੰ ਆਉਂਦੇ ਇਹ ਵੀ ਕਿਤੇ ਨਾ ਕਿਤੇ ਫੀਲ ਹੋਊਗਾ ਕਿ ਆਖਰ ਸ਼ਾਇਦ ਮੈਨੇ ਗਲਤੀ ਨਾ ਕਰੀ ਹੁੰਦੀ। ਖੈਰ ਟੈਟੂ ਦੀ ਦੁਨੀਆ ਦੇ ਵਿੱਚ ਕਿਹਾ ਜਾਵੇ ਤਾਂ ਬਹੁਤ ਸਾਰੀ ਚੀਜ਼ਾਂ ਬਦਲ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਕਹਾਣੀ ਸੀ ਕਿ ਆਖਰਕਾਰ ਕਿਵੇਂ ਹੁਣ ਉਰੇ ਵੀ ਆਪਣੇ ਟੈਟੂ ਆਰਟਿਸਟ ਨੇ ਜਿਹੜੇ ਕਲਾਕਾਰੀਆਂ ਦੇ ਵਿੱਚ ਅੱਗੇ ਵਧ ਰਹੇ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਤਾਂ ਇਹ ਛੋਟਾ ਜਿਹਾ ਸਟੂਡੀਓ ਹੈਗਾ ਮੁੰਡੇ ਦਾ, ਹੈ ਬੜਾ ਮਸ਼ਹੂਰ, ਲੋਕ ਦੂਰੋਂ ਦੂਰੋਂ ਇਹਦੇ ਟੈਟੂ ਬਣਵਾਉਣ ਵਾਸਤੇ ਆਉਂਦੇ ਨੇ। ਇਮਰਾਨ ਖਾਨ ਹੈ ਇਹਦਾ ਨਾਂ। अब तो बहुत ज़्यादा क्रेज़ हो गया टैटूज का इंडिया में, वैसे तो बाहर तो बहुत ज़्यादा क्रेज़ था, अब इंडिया में ज़्यादा क्रेज़ हो गया है। स्किन पे ये होता है कि एक बार टच हो गया, गलत हो गया तो उसको आप रब नहीं कर सकते हो अपना।